ਸ਼ਰਮ ਆਉਂਦੀ ਹੈ ਅਜਿਹੇ ਮੁੰਡੇ ਨੂੰ ਭਰਾ ਕਹਿੰਦੇ ਹੋਏ ਜਿਸ ਨੇ ਆਪਣੀ ਹੀ ਭੈਣ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ ਅਤੇ ਉਸ ਨੂੰ ਮਰਨ ਦੇ ਲਈ ਮਜਬੂਰ ਕੀਤਾ। ਭਰਾ ਤੋਂ ਤੰਗ ਹੋ ਕੇ ਭੈਣ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਉਹ ਭਰਾ ਜਿਹੜਾ ਕਿ ਭੈਣ ਦੇ ਨਾਲ ਗੰਦੀਆਂ ਹਰਕਤਾਂ ਕਰਦਾ ਸੀ, ਜੋ ਕਿ 3 ਬੱਚਿਆਂ ਦਾ ਪਿਤਾ ਵੀ ਹੈ, ਜਿਸ ਦੇ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਆਪਣੇ ਹੀ ਚਾਚੇ ਦੀ ਕੁੜੀ ਨੂੰ ਬਣਾਇਆ ਗਿਆ। ਤਾਏ ਦੀ ਮੁੰਡੇ ਦੀਆਂ ਗਲਤ ਹਰਕਤਾਂ ਤੋਂ ਤੰਗ ਆ ਕੇ ਇੱਕ ਪੰਜਾਬੀ ਮੁਟਿਆਰ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। 23 ਸਾਲਾ ਲੜਕੀ ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਸ ਦਾ ਤਾਏ ਦਾ ਮੁੰਡਾ ਉਸ ਨੂੰ ਧਮਕੀਆਂ ਦਿੰਦਾ ਹੈ ਕਿ ਪੂਰੇ ਪਿੰਡ ਦੇ ਵਿੱਚ ਉਸ ਨੂੰ ਬਦਨਾਮ ਕਰ ਦੇਵੇਗਾ। ਧਮਕੀਆਂ ਦੇਣ ਤੋਂ ਬਾਅਦ ਉਸ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਗਈ ਅਤੇ ਜਬਰਨ ਸਬੰਧ ਬਣਾਉਣ ਦੀ ਗੱਲ ਕੀਤੀ ਗਈ। ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਂਡਾ ਸਾਂਸੀਆਂ ਵਿਖੇ ਇੱਕ ਨੌਜਵਾਨ ਲੜਕੀ ਨੇ ਆਪਣੇ ਤਾਏ ਦੇ ਲੜਕੇ ਦੀਆਂ ਗਲਤ ਹਰਕਤਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ। ਇਸ ਮਗਰੋਂ ਪੁਲਿਸ ਨੇ ਦੋਸ਼ੀ ਦੇ ਖਿਲਾਫ ਆਈਪੀਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਪਿੱਛੇ ਰਹਿੰਦੇ ਪਰਿਵਾਰ ਦੇ ਜੋ ਹਾਲਾਤ ਬਣੇ ਹੋਏ ਨੇ ਉਹ ਦੇਖ ਕੇ ਤੁਸੀਂ ਵੀ ਸੁੰਨ ਰਹਿ ਜਾਓਗੇ। मेरा आप ले आप चला के मेरा बहुत था ओए 25 तरीक दी रात नु तेरे ने दित्तियां दी पाने में ये संस्कार करके ना फिर कर लेना कोई गल नहीं दित्तियां दी पाने में ये संस्कार करके ना फिर कर लेना कोई गल नहीं। ਜ਼ਮੀਨ ਤੇ ਬੈਠੀਆਂ ਰੋ ਰਹੀਆਂ ਇਹ ਉਸ ਕੁੜੀ ਦੀ ਮਾਂ ਅਤੇ ਭੈਣ ਨੇ। 23 ਸਾਲਾ ਲੜਕੀ ਦੇ ਪਿਤਾ ਦੀ 11 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਰੁਸ਼ਪਾ ਪਤਨੀ ਸਾਬੀ ਵਾਸੀ ਡਿੰਡਾ ਸਾਂਸੀਆਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਨੂੰ ਕਰੀਬ 11 ਸਾਲ ਹੋ ਗਏ ਨੇ। ਉਹ ਆਪਣੀ ਇੱਕ ਲੜਕੀ ਅਤੇ 3 ਲੜਕੀਆਂ ਦੇ ਨਾਲ ਘਰ ਦੇ ਵਿੱਚ ਰਹਿੰਦੀ ਹੈ ਅਤੇ ਉਸ ਦੀ ਵੱਡੀ ਲੜਕੀ ਜਿਸ ਦੀ ਉਮਰ 23 ਸਾਲ ਦੀ ਹੈ 12ਵੀਂ ਕਰਨ ਉਪਰੰਤ ਘਰ ਦੇ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ। ਉਸ ਦੇ ਗਵਾਂਢ ਦੇ ਵਿੱਚ ਰਹਿੰਦਾ ਉਸ ਦੇ ਜੇਠ ਦਾ ਲੜਕਾ ਗੌਰਵ ਪੁੱਤਰ ਰਚਪਾਲ ਉਸ ਦੀ ਧੀ ਤੇ ਮਾੜੀ ਨਿਗਾਹ ਰੱਖਦਾ ਸੀ, ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ। ਰਾਤਾਂ ਨੂੰ ਉੱਠ ਕੇ ਰੋਂਦੀ ਉਹ ਕੁੜੀ ਆਪਣੀ ਮਾਂ ਨੂੰ ਸਾਰਾ ਦਰਦ ਦੱਸਦੀ ਸੀ। ਮ੍ਰਿਤਕਾ ਦੀ ਮਾਂ ਰੁਸ਼ਪਾ ਦੇ ਅਨੁਸਾਰ ਉਸ ਦੇ ਜੇਠ ਦੇ ਲੜਕੇ ਗੌਰਵ ਨੇ ਉਸ ਦੀ ਧੀ ਦੇ ਨਾਲ ਉਸ ਦੀ ਇੱਛਾ ਦੇ ਖਿਲਾਫ ਸਰੀਰਕ ਸੰਬੰਧ ਵੀ ਬਣਾਏ ਅਤੇ ਹੁਣ ਵੀ ਵਾਰ-ਵਾਰ ਉਸ ਨੂੰ ਇੰਜ ਕਰਨ ਦੇ ਲਈ ਮਜਬੂਰ ਕਰਦਾ ਸੀ। ਅਜਿਹਾ ਨਾ ਕਰਨ ਦੀ ਸੂਰਤ ਦੇ ਵਿੱਚ ਪੂਰੇ ਪਿੰਡ ਵਿੱਚ ਬਦਨਾਮ ਕਰਨ ਦੀਆਂ ਧਮਕੀਆਂ ਤੱਕ ਦਿੰਦਾ ਸੀ। ਅਜਿਹੇ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਬੱਚਾ ਆਖਿਰਕਾਰ ਕੀ ਸੋਚ ਸਕਦਾ ਹੈ? ਤੁਸੀਂ ਸਮਝ ਸਕਦੇ ਹੋ ਉਸ ਕੁੜੀ ਦੇ ਹਾਲਾਤ। 23 ਸਾਲ ਦੀ ਜਵਾਨ ਕੁੜੀ ਜਿਸ ਨੂੰ ਕਿ ਆਂਦੇ ਜਾਂਦੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਮਾਨਸਿਕ ਤੌਰ ਤੇ ਪੀੜਾ ਦਿੱਤੀ ਜਾਂਦੀ। ਉਸ ਕੁੜੀ ਦੇ ਕੋਲ ਸਿਰ ਤੇ ਪਿਤਾ ਦਾ ਸਾਇਆ ਨਹੀਂ ਸੀ। ਘਰ ਦੇ ਵਿੱਚ 2 ਹੋਰ ਭੈਣਾਂ ਤੇ ਇੱਕ ਭਰਾ ਵੀ ਰਹਿੰਦਾ ਸੀ। ਇਸ ਤੋਂ ਇਲਾਵਾ ਵਿਧਵਾ ਮਾਂ ਦੇ ਨਾਲ ਉਹ ਕਿੰਨਾ ਕੁ ਦੁੱਖ ਵੰਡ ਸਕਦੀ ਸੀ। ਇਸ ਬਾਰੇ ਉਸ ਦੀ ਧੀ ਨੇ ਜਦੋਂ ਉਸ ਨਾਲ ਜ਼ਿਕਰ ਕੀਤਾ ਤਾਂ ਉਹ ਆਪਣੀ ਜੇਠ ਦੇ ਘਰ ਉਲਾਂਭਾ ਵੀ ਦੇ ਕੇ ਆਈ ਸੀ। ਮਾਂ ਦੇ ਵੱਲੋਂ ਜੋ ਬਣ ਸਕਦਾ ਸੀ ਉਸ ਦੇ ਵੱਲੋਂ ਉਹ ਸਭ ਕੁਝ ਕੀਤਾ ਗਿਆ, ਪਰ ਇਸ ਦੇ ਬਾਵਜੂਦ ਜੇਠ ਦਾ ਲੜਕਾ ਗੌਰਵ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਰੁਸ਼ਪਾ ਦੇ ਅਨੁਸਾਰ ਗੌਰਵ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਦੀ ਧੀ ਰਾਤਾਂ ਨੂੰ ਉੱਠ ਕੇ ਰੋਂਦੀ ਸੀ, ਰਾਤ ਭਰ ਬੈਠੀ ਰਹਿੰਦੀ ਸੀ, ਨੀਂਦ ਨਹੀਂ ਆਉਂਦੀ ਸੀ, ਉਸ ਨੂੰ ਪਰੇਸ਼ਾਨ ਸੀ ਉਹ। ਅਤੇ ਬੀਤੀ ਸ਼ਾਮ ਉਸਨੇ ਐਸੇ ਦੁੱਖੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਠਾਨਕੋਟ ਦੇ ਵਿੱਚ ਲਿਜਾਇਆ ਗਿਆ, ਪਰ ਉਸਨੇ ਉੱਥੇ ਦਮ ਤੋੜ ਦਿੱਤਾ। ਤੁਹਾਡਾ ਮੇਰਾ ਨਾਮ ਰੁਸ਼ਪਾ ਕੀ ਗੱਲਬਾਤ ਹੋ ਗਈ ਹੈ ਜੀ? ਗੱਲਬਾਤ ਕੀ 3 ਮਹੀਨੇ ਦੀ ਗੱਲ ਹੈ। ਹਾਂਜੀ 3 ਮਹੀਨੇ ਪਹਿਲਾਂ ਦੀ ਗੱਲ ਹੈ। ਗੌਰਵ ਨਾਮ ਦਾ ਮੁੰਡਾ ਹੈ ਪਿੰਡ ਦਾ, ਮੇਰੇ ਜੇਠ ਦਾ ਸੱਕੇ ਪੁੱਤਰ ਹੈ। ਉਹਨੇ ਮੇਰੀ ਧੀ ਨਾਲ ਆਪਣੇ ਸੰਬੰਧ 3 ਮਹੀਨੇ ਪਹਿਲਾਂ ਮੇਰੇ ਘਰ ਉਹਨੂੰ ਫੋਨ ਭੇਜਿਆ। ਮੇਰੀ ਦੁਕਾਨ ਤੇ ਮੇਰੀ ਧੀ ਨੂੰ ਫੋਨ ਦੇ ਕੇ ਆਇਆ। ਫੋਨ ਦੇ ਕੇ ਮੇਰੀ ਧੀ ਨੂੰ ਮੇਰੀ ਧੀ ਨਾਲ ਗੱਲਬਾਤ ਚੱਲਦੀ ਰਹੀ ਉਹਦੀ। ਸਾਨੂੰ ਪਤਾ ਲੱਗਾ, ਅਸੀਂ ਉਹਨੂੰ ਬੋਲਿਆ, ਘਰ ਆ ਗਿਆ, ਮੇਰੇ ਪੁੱਤਰ ਨੂੰ ਆ ਕੇ ਪੈ ਗਿਆ। ਗੌਰਵ ਘਰ ਨਹੀਂ ਸ਼ਕਤੀ ਆ ਕੇ ਪੈ ਗਿਆ। ਮੇਰੇ ਪੁੱਤਰ ਦੇ ਕਿਰਪਾਨ ਮਾਰੀ, ਮੇਰੇ ਪੁੱਤਰ ਦੇ 5 ਟਾਂਕੇ ਲੱਗੇ। ਮੈਂ ਮੈਡੀਕਲ ਕਰਾਇਆ ਜਾ ਕੇ, MLR ਰਿਪੋਰਟ ਕਰਾਈ, ਸਰ ਰਮੇਸ਼ ਕੁਮਾਰ ਨੂੰ ਦਿੱਤੀ। ਮੈਨੂੰ ਬੁਲਾਇਆ ਨਹੀਂ ਥਾਣੇ, ਮੇਰੀ ਕੋਈ ਸੁਣਵਾਈ ਨਹੀਂ ਹੋਈ। 2 ਵਾਰੀ ਮੈਂ ਐਕਸਰੇ ਕਰਾਏ ਗੁਰਦਾਸਪੁਰੋਂ ਜਾ ਕੇ, ਮੇਰੀ ਕੋਈ ਸੁਣਵਾਈ ਨਹੀਂ ਹੋਈ। ਮੈਂ ਬਹਿ ਗਈ ਚੁੱਪ ਕਰਕੇ। ਮੇਰੀ ਧੀ ਨੂੰ ਬਾਰ-ਬਾਰ ਕੰਪੈਲ ਕਰਦਾ ਸੀ। ਮੇਰੀ ਧੀ ਨੂੰ ਕਹਿੰਦੇ ਮੈਂ ਸਬੰਧ ਕੌਣ ਕਹਿੰਦਾ ਸੀ? ਗੌਰਵ ਕਹਿੰਦਾ ਸੀ। ਮੇਰੀ ਧੀ ਨੂੰ ਬਾਰ-ਬਾਰ ਕੰਪੈਲ ਕਰਦਾ ਸੀ, ਮੇਰੀ ਧੀ ਨੂੰ ਤੰਗ ਕਰਦਾ ਸੀ ਬਾਰ-ਬਾਰ।
5-6 ਦਿਨ ਦੀ ਗੱਲ ਹੈ। ਰਾਤ ਦਾ ਟਾਈਮ ਹੈ, 12 ਵਜੇ ਦਾ ਮੈਂ ਉੱਠੀ, ਬਾਥਰੂਮ ਵਾਸਤੇ ਉੱਠੀ। ਮੈਂ ਜਿਸ ਵੇਲੇ ਉੱਠੀ ਮੈਂ ਮੇਰੀ ਕੁੜੀ ਮੇਰੀ ਬੈੱਡ ਤੇ ਬੈਠੀ ਦੀ, ਬੈੱਡ ਤੇ ਬੈਠੀ ਰੋਣ ਡਈ ਦੀ। ਦੋਨੇ ਭੈਣਾਂ ਲੰਮਾ ਪਈਆਂ ਦੀਆਂ ਲਾਗੇ ਬੈਠੀ ਦੀ। ਮੈਂ ਉੱਠੀ, ਮੈਂ ਲਾਗੇ ਗਈ, ਦਵਾ ਦਵਾ ਲੈਟ ਚ ਗਾਇਆ। ਮੈਂ ਸਿੰਪੀ ਕੀ ਗੱਲ ਹੈ ਤੈਨੂੰ? ਕਹਿੰਦੀ ਮੰਮੀ ਮੈਂ ਬਹੁਤ ਪਰੇਸ਼ਾਨ ਹੈ। ਮੈਂ ਕਿਹਾ ਤੈਨੂੰ ਗੱਲ ਕੀ ਹੈ? ਤੂੰ ਕਾਹਦੇ ਤੋਂ ਪਰੇਸ਼ਾਨ ਹੈ? ਕਿਹੜੀ ਗੱਲ ਜਿਹੜੀ ਤੇ ਪਰੇਸ਼ਾਨ ਕਰਦੀ ਵੀ? ਇਹ ਮੰਮੀ ਮੈਨੂੰ ਗੌਰਵ ਨਹੀਂ ਜੀਵਨ ਦਿੰਦਾ ਏ। ਕੀ ਕਿੱਦਾਂ ਦਾ ਤੰਗ ਪਰੇਸ਼ਾਨ ਕਰਦਾ ਹੈ? ਸਾਹਮਣੇ ਆ ਕੇ ਮੈਨੂੰ ਪੁੱਠੇ ਪੁੱਠੇ ਇਸ਼ਾਰੇ ਕਰਦਾ ਏ। ਮੈਨੂੰ ਕਹਿੰਦਾ ਮੇਰੇ ਨਾਲ ਸੰਬੰਧ ਬਣਾਏ, ਮੇਰੇ ਲਾਗੋਂ ਬੋਲ ਕੇ ਲੰਘ ਜਾਂਦਾ ਏ। ਇਹ ਸੰਜੂ ਵੀ ਉਹਦਾ ਘਰ ਨਹੀਂ ਹੁੰਦਾ ਏ। ਸਕੇ ਤਾਏ ਦਾ ਮੁੰਡਾ ਸੀ? ਸਕਾ ਤਾਏ ਦਾ ਮੁੰਡਾ ਸੀ। ਕੁੜੀ ਦੀ ਉਮਰ ਕਿੰਨੀ ਸੀ? ਮੇਰੀ ਕੁੜੀ ਦੀ ਉਮਰ 23 ਸਾਲ ਹੈ। ਨਾਮ ਕੀ ਸੀ ਕੁੜੀ ਦਾ? ਮੇਰੀ ਕੁੜੀ ਦਾ ਨਾਮ ਸਿੰਪੀ ਹੈ ਜੀ। ਉਹਨੇ 12 ਪੜੀਆਂ, 2 ਕੋਰਸ ਕੀਤੇ ਉਹਨੇ ਜੀ। ਮੇਰੀ ਕੋਈ ਅਨਪੜ੍ਹ ਨਹੀਂ ਤੀ ਉਹ ਜੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਕੋਲੋਂ ਮੰਗ ਕੀਤੀ ਇਹਨੂੰ ਸਜ਼ਾ ਜੋ ਬੰਦੀ ਇਹਨੂੰ ਸਜ਼ਾ ਦਿੱਤੀ ਜਾਵੇ। ਉਹ ਮੇਰੀ ਧੀ ਤੁਰ ਕੇ 3 ਸਾਲਾਂ ਦੀ ਮੱਝ ਦੀ ਜੱਟੀ ਹੋਏ। ਉਹ ਵਿਆਹੇ ਦਾ ਸੀ ਮੁੰਡਾ? ਉਹਦੀਆਂ 3 ਬੇਟੀਆਂ, ਉਹ ਵਿਆਹਿਆ ਦਾ ਹੈ। ਉਹਨੂੰ ਕੋਈ ਸ਼ਰਮ ਨਹੀਂ ਕੀਤੀ ਮੇਰੀ ਧੀ ਵੱਲ ਕਰਦੇ ਹੋਏ। ਮੇਰੀ ਧੀ ਨਾਲ ਉਹਨਾਂ ਨੇ ਜਵੈਜ ਸੰਬੰਧ ਬਣਾਏ ਹੋਏ। ਮੈਡੀਕਲ ਚ ਆ ਜਾਣਾ ਸਭ ਕੁਝ ਹੋਏ। ਉਹ ਮੇਰੀ ਧੀ ਨੂੰ ਉਹਨੇ ਬੜਾ ਕੰਪੈਲ ਕੀਤਾ ਹੋਏ। ਨਾਮ ਹੈ? ਮੇਰਾ ਨਾਮ ਜੀ ਸੋਨੂ। ਸੁਣ ਬਾਈ, ਕੀ ਗੱਲਬਾਤ ਹੋ ਗਈ ਹੈ ਜੀ? ਕੱਲ ਜੀ ਮੈਂ ਇੱਥੋਂ ਸੈਰ ਕਰਦਾ ਆ ਰਿਹਾ ਸੀ ਤੇ ਜਿੰਨਾ ਹੀ ਇਹਨਾਂ ਦੇ ਗੇਟ ਕੋਲ ਲੰਘਿਆ, ਮੈਂ ਤੇ ਕੁੜੀ ਮੰਜੇ ਤੋਂ ਥੱਲੇ ਪਈ ਦੀ ਸੀ ਫਰਸ਼ ਤੇ। ਯਕਦਮ ਮੈਂ ਉਹਨਾਂ ਦੇ ਅੰਦਰ ਗਿਆ ਦੌੜ ਕੇ। ਮੈਂ ਉਹਨਾਂ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ? ਪਹਿਲਾਂ ਤਾਂ ਬੋਲਦੀ ਨਹੀਂ ਸੀ ਪਈ ਕੁਝ ਵੀ, ਕਿ ਮੈਨੂੰ ਕੁਝ ਨਹੀਂ ਹੋਇਆ, ਤੜਫੀ ਜਾ ਰਹੀ ਸੀ। ਜਦ ਮੈਂ ਪੂਰੇ ਜ਼ੋਰ ਨਾਲ ਪੁੱਛਿਆ ਤਾਂ ਉਹਨੇ ਮੈਨੂੰ ਦੱਸਿਆ ਕਿ ਭਾਜੀ ਮੈਂ ਦਵਾਈ ਖਾ ਲਈ ਹੈ। ਮੈਨੂੰ ਇੱਕਦਮ ਹਫੜਾ ਦਫੜੀ ਪੈ ਗਈ ਸੁਣ ਕੇ। ਮੈਂ ਇਕੱਲਾ ਸੀਗਾ, ਉਹਨਾਂ ਦੇ ਘਰ ਦੇ ਨਹੀਂ ਸੀ ਕਿਤੇ ਵੀ। ਜਿੱਦਾਂ ਮੈਂ ਉਹਨਾਂ ਦੇ ਘਰਦਿਆਂ ਨੂੰ ਇਨਫੋਰਮ ਕੀਤਾ, ਸ਼ਹਿਰ ਮੈਡੀਸਿਨ ਲੈਣ ਗਏ ਸੀ। ਉਹ ਆਏ ਤੇ ਬਸ ਉਹਨੇ ਦੇ ਨਾਲ ਹੀ ਮੈਂ ਉਹਨਾਂ ਨੂੰ ਚੁੱਕ ਕੇ ਤੇ ਹਸਪੀਟਲ ਐਡਮਿਟ। ਕਿੱਥੇ ਲੈ ਗਏ ਹਸਪੀਟਲ? ਪਹਿਲਾਂ ਅਸੀਂ ਕੋਟਲੀ ਲੈ ਗਏ ਸੀ, ਚੌਹਾਨ ਹਸਪੀਟਲ। ਉੱਥੋਂ ਉਹਨਾਂ ਨੇ ਜਵਾਬ ਦੇ ਦਿੱਤਾ ਸੀ। ਫਿਰ ਅਸੀਂ ਉਹਨਾਂ ਨੇ ਕਿਹਾ ਕਿ ਅਮਨਦੀਪ ਲੈ ਜਾਓ। ਅਮਨਦੀਪ ਗਏ, ਉਹਨਾਂ ਨੇ ਟ੍ਰੀਟਮੈਂਟ ਕੀਤਾ ਸੀ। 10 ਵਜੇ ਦੇ ਕਰੀਬ ਹੋਈ ਡੈਥ ਹੋ ਗਈ ਸੀ। ਕੋਈ ਜ਼ਹਿਰੀਲੀ ਵਸਤੂ ਖਾਦੀ? ਹਾਂ, ਉਹਨਾਂ ਨੇ ਘਰੇ ਬੋਲਿਆ ਸੀ ਕੁੜੀ ਨੇ ਮੈਨੂੰ ਕਿ ਮੈਂ ਦਵਾਈ ਖਾ ਲਈ ਹੈ, ਕੋਈ ਜ਼ਹਿਰੀਲੀ ਵਸਤੂ। ਸਲਫਾਸ ਵਗੈਰਾ? ਹਾਂ, ਕੋਈ ਸਲਫਾਸ ਹੀ ਬੋਲਿਆ ਸੀ। ਠੀਕ ਹੈ ਜੀ। ਇਸ ਸਾਰੇ ਮਾਮਲੇ ਦੇ ਵਿੱਚ ਮਾਂ ਦੇ ਵੱਲੋਂ ਪੁਲਿਸ ਤੇ ਵੀ ਦੋਸ਼ ਲਗਾਏ ਗਏ ਨੇ ਕਿ ਰਿਪੋਰਟ ਦਰਜ ਕਰਵਾਉਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਗਈ। ਇੱਕ ਨੌਜਵਾਨ ਕੁੜੀ ਜਿਸ ਦੇ ਵੱਲੋਂ ਇਸ ਕਰਕੇ ਆਪਣੀ ਜਾਨ ਦਿੱਤੀ ਗਈ ਕਿਉਂਕਿ ਉਸ ਨੂੰ ਸਹੀ ਤਰੀਕੇ ਦੇ ਨਾਲ ਜੀਣ ਦਾ ਹੱਕ ਨਹੀਂ ਮਿਲ ਪਾ ਰਿਹਾ ਸੀ। ਆਖਿਰਕਾਰ ਇਸ ਦੇ ਲਈ ਪੁਲਿਸ ਜ਼ਿੰਮੇਵਾਰ ਹੈ, ਸਮਾਜ ਜਾਂ ਫਿਰ ਉਸ ਦਾ ਪੂਰਾ ਪਰਿਵਾਰ ਜਿਸ ਨੇ ਕਿ ਆਪਣੇ ਮੁੰਡੇ ਨੂੰ ਕਦੇ ਸਮਝਾ ਕੇ ਨਹੀਂ ਰੱਖਿਆ। 3 ਬੱਚਿਆਂ ਦਾ ਪਿਤਾ ਹੋਣ ਦੇ ਬਾਵਜੂਦ ਉਸਨੇ ਆਪਣੀ ਭੈਣ ਤੇ ਇੱਜ਼ਤ ਤੇ ਹੱਥ ਪਾਇਆ, ਸ਼ਰਮ ਨਹੀਂ ਕੀਤੀ ਅਤੇ ਉਸ ਨੂੰ ਮਾਨਸਿਕ ਪੀੜਾ ਦਿੰਦੇ ਹੋਏ ਉਸ ਦੀ ਜਾਨ ਲੈ ਲਈ। ਦੇਖਣਾ ਹੋਵੇਗਾ ਪੁਲਿਸ ਦੇ ਵੱਲੋਂ ਗੌਰਵ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਂਦੀ ਹੈ। ਦੀਨਾਨਗਰ ਥਾਣੇ ਦੇ ਐਸਐਚਓ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਗੌਰਵ ਪੁੱਤਰ ਰਚਪਾਲ ਵਾਸੀ ਟਿੰਡਾ ਸਾਂਸੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਤੇ ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।